जुगो जुग अटल चवर छत्र तख्त दे मालिक गुरबाणी के बोहित हाजरा हजूर जहरा जहूर सर्ब कला भरपूर साहिब ए दो आलम दो जहान दे वाली लोक परलोक दे सुख दाते धन धन श्री गुरु ग्रंथ साहिब महाराज जी दे मुबारक चरण कमलों विच अमृत वेले तो जुड़ रही साध संगत जीओ, सतगुरां ने कृपा की है, रहमत बख्शिश की है। साध संगत विच जुड़न दा सुभाग समा प्राप्त हो रहा है। जो गुरमुख प्यारे अमृत वेले तो नितनेम दे नाल जुड़े हुए हैं, गुरबाणी दे नाल जुड़े हुए हैं, अमृतमयी जो वर्खा नूं धारण कर रहे हैं, बड़े भागां वाले हैं गुरमुख प्यारे। लड़ीवार सतगुरां दे असी हर रोज दर्शन कर रहे हाँ, लड़ीवार सतगुरां दी कृपा रहमत बख्शिश प्राप्त कर रहे हाँ। लड़ीवार सतगुरां दे शब्द की व्याख्या नाल कड़ी नाल जुड़न दा यतन करिए। पावन अंग 211 दे उपर अगला पावन पवित्र शब्द आरंभ हुंदा है। मूल पाठ असी पहला सरवण कर लईए। गौड़ी महला पंजवा। रसना जपिया एक नाम, इहा सुख आनंद कना, आगे जीग संग काम रहाऊ। कटिया तेरा अहंग रोग, तू गुर प्रसाद कर राज जोग। हर रस जन जन चाखिया, ताकि तृष्णा लथिया। हर विश्राम निद पाया, सो बहुर ना कतहीं ताया। हर हर नाम जाको गुर दिया, नानक ताका पौ गया। हर हर नाम जाको गुर दिया, नानक ताका पौ गया। वाहिगुरु जी का खालसा, वाहिगुरु जी की फतेह। मूल पाठ असा ने सरवण किया है। पावन अंग 211 दे उपर गौड़ी राग दे अंदर पंजवें पातशाह साहिब श्री गुरु अर्जुन देव महाराज कृपा कर रहे हैं, रहमत बख्शिश कर रहे हैं। रसना जपिया एक नाम, इहा सुख आनंद कना।
ਆਗੈ ਜੀ ਕੈ ਸੰਗ ਕਾਮ ਰਹਾਉ। ਰਹਾਉ ਦਾ ਪਹਿਲਾ ਬੰਦ ਹੈ। ਸ਼ਬਦ ਦੇ ਅੰਦਰ ਰਹਾਉ ਦਾ ਜੋ ਬੰਦ ਹੋਇਆ ਕਰਦਾ ਹੈ, ਰਹਾਉ ਦੇ ਬੰਦ ਵਿੱਚ ਸ਼ਬਦ ਦਾ ਸਾਰ ਹੋਇਆ ਕਰਦਾ ਹੈ, ਸ਼ਬਦ ਦਾ ਭਾਵ ਹੋਇਆ ਕਰਦਾ ਹੈ, ਸ਼ਬਦ ਦਾ ਸਾਰ ਹੋਇਆ ਕਰਦਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੇ ਪਹਿਲੇ ਬੰਦ ਵਿੱਚ ਰਹਿਮਤ ਕਰਦੇ ਹਨ। ਰਸਨਾ ਜਪੀਆ ਏਕ ਨਾਮ, ਪਰਮਾਤਮਾ ਦਾ ਇੱਕ ਪਰਮਾਤਮਾ ਦਾ ਜੋ ਨਾਮ ਹੈ ਆਪਣੀ ਰਸਨਾ ਤੋਂ ਜਪਣਾ ਚਾਹੀਦਾ ਹੈ, ਆਪਣੀ ਰਸਨਾ ਤੋਂ ਆਖਣਾ ਚਾਹੀਦਾ ਹੈ। ਵਾਹਿਗੁਰੂ ਦਾ ਜੋ ਨਾਮ ਹੈ ਆਪਣੀ ਜੇਬਾ ਦੇ ਨਾਲ ਜਪਿਆ, ਇਹਾਂ ਸੁਖ ਆਨੰਦ ਘਨਾ, ਆਗੈ ਜੀ ਕੈ ਸੰਗ ਕਾਮ। ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਕੀ ਹੋਵੇਗਾ? ਇਸ ਲੋਕ ਦੇ ਅੰਦਰ, ਜੋ ਇਹ ਲੋਕ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਇਸ ਲੋਕ ਦੇ ਅੰਦਰ ਸੁਖ ਤੇ ਆਨੰਦ ਪ੍ਰਾਪਤ ਹੋਵੇਗਾ। ਪਰਮਾਤਮਾ ਦਾ ਨਾਮ ਜਪਿਆ, ਵਾਹਿਗੁਰੂ ਦਾ ਨਾਮ ਜਪਿਆ, ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ, ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਫਿਰ ਪਰਮਾਤਮਾ ਦਾ ਨਾਮ ਜਪਿਆ, ਆਗੈ ਜੀ ਕੈ ਸੰਗ ਕਾਮ। ਇਹ ਜਿਹੜਾ ਸ਼ਬਦ ਹੈ, ਇਹ ਜੋ ਨਾਮ ਹੈ, ਇਹ ਇੱਥੇ ਹੀ ਸਾਡੇ ਲੋਕ ਵਿੱਚ ਕੰਮ ਨਹੀਂ ਆਉਂਦਾ, ਪਰਲੋਕ ਦੇ ਵਿੱਚ ਵੀ ਕੰਮ ਆਉਂਦਾ ਹੈ। ਪਰਲੋਕ ਦੇ ਵਿੱਚ ਵੀ ਇਹ ਜੀ ਦੇ ਨਾਲ ਜਾਂਦਾ ਹੈ, ਪਰਲੋਕ ਦੇ ਅੰਦਰ ਵੀ ਇਹ ਜੀ ਦੇ ਨਾਲ ਚੱਲੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਇਸ ਪ੍ਰਥਾਏ ਹੋਰ ਵੀ ਬਖਸ਼ਿਸ਼ ਕਰਦੇ ਹਨ। ਆਪ ਜੀ ਕਹਿੰਦੇ ਹਨ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ, ਭਾ ਨਾ ਸਕੈ ਜਾਲੇ। ਪਰਮਾਤਮਾ ਦਾ ਨਾਮ, ਵਾਹਿਗੁਰੂ ਦਾ ਜੋ ਸ਼ਬਦ ਹੈ, ਉਹ ਜੀ ਦੇ ਨਾਲ ਸਹਾਈ ਹੋਵੇਗਾ। ਵਾਹਿਗੁਰੂ ਦੇ ਨਾਮ ਦੇ ਨਾਲ ਸਾਡੀ ਆਤਮਾ ਨੂੰ ਸੁਖ ਮਿਲਦਾ ਹੈ। ਜਿਸ ਨੂੰ ਇੱਕ ਵਾਰੀ ਨਾਮ ਮਿਲ ਜਾਂਦਾ ਹੈ, ਵਾਹਿਗੁਰੂ ਨੂੰ ਨਾਮ, ਵਾਹਿਗੁਰੂ ਦਾ ਨਾਮ ਜਿਸ ਨੂੰ ਮਿਲ ਗਿਆ, ਇਹ ਫਿਰ ਸਦਾ ਅਖੀਰ ਤੱਕ ਨਾਲ ਨਿਭਣ ਵਾਲਾ ਹੈ, ਸਾਥ ਨਹੀਂ ਛੱਡਦਾ। ਬੇਸ਼ੱਕ ਦੋਸਤ ਮਿੱਤਰ ਭੈਣ ਭਰਾ ਸਾਕ ਸੰਬੰਧੀ ਸਭ ਛੱਡ ਜਾਣ, ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਜੀ ਦਾ ਸੰਗ ਸਹਾਈ ਹੈ। ਫਿਰ ਨਾ ਇਹ ਜਲ ਵਿੱਚ ਡੁੱਬੇ, ਨਾ ਇਹ ਅਗਨੀ ਦੇ ਵਿੱਚ ਸੜੇ, ਨਾ ਇਸ ਨੂੰ ਕੋਈ ਚੋਰ ਲੈ ਕੇ ਜਾ ਸਕਦਾ ਹੈ, ਨਾ ਇਸ ਨੂੰ ਕਦੇ ਚੋਰੀ ਹੋ ਸਕਦੀ ਹੈ, ਨਾ ਇਹ ਖੋ ਸਕਦਾ ਹੈ, ਨਾ ਇਹ ਗਵਾਚ ਸਕਦਾ ਹੈ। ਨਾ ਇਹ ਬਿਰਧ ਹੁੰਦਾ ਹੈ, ਨਾ ਇਹ ਬੁੱਢਾ ਹੁੰਦਾ ਹੈ, ਨਾ ਇਹ ਜਵਾਨ ਹੁੰਦਾ ਹੈ। ਇੱਕ ਰਸ ਲਗਾਤਾਰ ਤੇ ਸਰਬ ਵਿਆਪੀ ਪਰਮਾਤਮਾ ਦਾ ਜੋ ਨਾਮ ਹੈ, ਸਦਾ ਹੀ ਆਨੰਦ ਦੇਣ ਵਾਲਾ ਹੈ। ਗੁਰ ਕਾ ਬਚਨ ਬਸਹਿ ਜੀ ਨਾਲੇ, ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ, ਭਾ ਨਾ ਸਕੈ ਜਾਲੇ। ਇਸ ਕਰਕੇ ਪਰਮਾਤਮਾ ਦਾ ਨਾਮ ਜੀ ਦਾ ਸਾਥੀ ਹੈ, ਸਹਾਈ ਹੈ, ਜੀ ਦੇ ਨਾਲ ਜਾਣ ਵਾਲਾ ਹੈ ਤੇ ਜੀ ਦੇ ਅੱਗੇ ਕੰਮ ਆਉਣ ਵਾਲਾ ਹੈ। ਜੀ ਕਾ ਸੰਗ ਕਾਮ ਦਾ ਭਾਵ ਹੈ, ਜੀ ਦੇ ਨਾਲ ਅੱਗੇ ਇਸ ਦੇ ਕੰਮ ਆਵੇਗਾ। ਕੀ ਕੰਮ ਆਵੇਗਾ? ਜਦੋਂ ਧਰਮਰਾਜ ਲੇਖਾ ਮੰਗੇਗਾ ਤਾਂ ਜਿਹੜਾ ਪਰਮਾਤਮਾ ਦਾ ਭਾਈ ਨਾਮ ਹੈ ਉਹ ਇਸ ਦੀ ਗਵਾਹੀ ਦੇਵੇਗਾ।
ਜਿਹੜਾ ਸੱਜਣ ਪਰਮਾਤਮਾ ਦਾ ਨਾਮ ਸੱਜਣ ਵੀ ਕਿਹਾ ਗਿਆ ਹੈ, ਮਿੱਤਰ ਵੀ ਕਿਹਾ ਗਿਆ ਹੈ। ਸਤਿਗੁਰਾਂ ਨੇ ਇਸ ਪ੍ਰਥਾਏ ਬਚਨ ਕੀਤਾ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਹਨ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥਾ ਲੇਖਾ ਮੰਗਿਆ ਤਿੱਥਾ ਖੜੇ ਦਿਸਨ। ਜਿਹੜਾ ਸੱਜਣ ਹੈ ਪਰਮਾਤਮਾ ਦਾ ਨਾਮ, ਉਹ ਤੇਰੇ ਨਾਲ ਸਹਾਈ ਹੋਵੇਗਾ। ਜਦੋਂ ਲੇਖਾ ਮੰਗਿਆ ਜਾਵੇਗਾ ਤੇਰੀ ਗਵਾਹੀ ਦੇਣਗੇ। ਜਿੱਥੇ ਵੇਖੋਗੇ ਪਰਮਾਤਮਾ ਦਾ ਨਾਮ ਪਰਲੋਕ ਦੇ ਵਿੱਚ ਤੁਹਾਡੇ ਨਾਲ ਖੜਾ ਦਿਖਾਈ ਦੇਵੇਗਾ, ਤੁਹਾਡੀ ਗਵਾਹੀ ਦੇਵੇਗਾ ਕਿ ਇਸ ਆਦਮੀ ਨੇ ਭਲਾ ਕੰਮ ਕੀਤਾ ਹੈ, ਇਸ ਆਦਮੀ ਨੇ ਚੰਗਾ ਕੰਮ ਕੀਤਾ ਹੈ, ਪਰਉਪਕਾਰ ਕੀਤਾ ਹੈ, ਖਿਨ ਖਿਨ ਪਰਮਾਤਮਾ ਦਾ ਨਾਮ ਜਪਿਆ, ਖਿਨ ਖਿਨ ਪਰਮਾਤਮਾ ਦਾ ਨਾਮ ਜਪਿਆ ਹੈ। ਉਸ ਜਿਹੜਾ ਸੱਜਣ ਹੈ ਨਾਲ ਖੜਾ ਦਿਖਾਈ ਦੇਵੇਗਾ। ਜਿਸ ਤਰ੍ਹਾਂ ਅਦਾਲਤ ਦੇ ਵਿੱਚ ਜਿਹੜੇ ਗਵਾਹ ਹਨ ਉਹ ਗਵਾਹੀ ਦਿੰਦੇ ਹਨ ਕਿ ਭਾਈ ਇਹ ਆਦਮੀ ਚੰਗਾ ਹੈ, ਇਹ ਆਦਮੀ ਜਿਹੜਾ ਪਰਉਪਕਾਰੀ ਹੈ, ਨਾਮ ਜਪਣ ਵਾਲਾ ਹੈ, ਇਹ ਧਰਮਾਤਮਾ ਆਦਮੀ ਹੈ, ਸਿਆਣਾ ਪੁਰਸ਼ ਹੈ। ਜਦੋਂ ਗਵਾਹੀ ਦਿੰਦੇ ਹਨ ਉਹ ਗਵਾਹ ਲੋਕ, ਉਹਨਾਂ ਦੇ ਬਿਆਨ ਤੇ ਜੱਜ ਦੇ ਕੋਲ ਉਸ ਪੁਰਸ਼ ਦੀ, ਉਸ ਆਦਮੀ ਦੀ ਗਵਾਹੀ ਹੋ ਜਾਂਦੀ ਹੈ ਗਵਾਹਾਂ ਦੇ ਆਧਾਰ ਤੇ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਗਵਾਹ ਰੂਪ ਦੇ ਨਾਲ ਤੇਰੇ ਕੰਮ ਆਵੇਗਾ ਤੇ ਲੋਕ ਪਰਲੋਕ ਵਿੱਚ ਵੀ ਸਹਾਈ ਹੈ। ਲੋਕ ਵਿੱਚ ਸੁਖ, ਪਰਲੋਕ ਵਿੱਚ ਸਹਾਈ। ਇਹ ਰਹਾਉ ਵਾਲਾ ਬੰਦ ਹੈ। ਇਸ ਤੋਂ ਅੱਗੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ। ਕਟਿਆ ਤੇਰਾ ਅਹੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਜਿਹੜਾ ਪਰਮਾਤਮਾ ਦਾ ਨਾਮ ਹੈ ਤੇਰੀ ਹਉਮੈ ਨੂੰ ਕੱਟ ਦੇਵੇਗਾ। ਤੇਰੀ ਹਉਮੈ ਨੂੰ ਐਸਾ ਕੱਟੇਗਾ ਜਦੋਂ ਆਦਮੀ ਮੈਂ ਕਰਦਾ ਹੈ, ਹਉਮੈ ਕਰਦਾ ਹੈ, ਮਾਣ ਕਰਦਾ ਹੈ, ਅਭਿਮਾਨ ਕਰਦਾ ਹੈ। ਇਸ ਹਉਮੈ ਦੇ ਵਿੱਚ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਚੱਲ ਨਹੀਂ ਸਕਦਾ। ਹਿਰਦੇ ਵਿੱਚ ਪਰਮਾਤਮਾ ਦਾ ਨਾਮ ਰਮ ਨਹੀਂ ਸਕਦਾ, ਕਿਉਂਕਿ ਜਿੰਨਾ ਚਿਰ ਹਉਮੈ ਹੈ ਉਹਨਾਂ ਚਿਰ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਘਰ ਨਹੀਂ ਕਰ ਸਕਦਾ, ਉਹ ਹਿਰਦੇ ਵਿੱਚ ਆ ਨਹੀਂ ਸਕਦਾ। ਜਦੋਂ ਹਉਮੈ ਵਾਲਾ ਰੋਗ ਕੱਟਿਆ ਜਾਂਦਾ ਹੈ, ਪਹਿਲਾਂ ਤਾਂ ਸਤਿਗੁਰੂ ਕਿਰਪਾ ਕਰਦਾ ਹੈ, ਹਉਮੈ ਵਾਲਾ ਰੋਗ ਕੱਟਦਾ ਹੈ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਹਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਸਤਿਗੁਰੂ ਕਿਰਪਾ ਕਰਦਾ ਹੈ, ਰਹਿਮਤ ਬਖਸ਼ਿਸ਼ ਕਰਦਾ ਹੈ, ਹਉਮੈ ਨੂੰ ਦੂਰ ਕਰ ਦਿੰਦਾ ਹੈ, ਜੀਵ ਦੀ ਹਉਮੈ ਨੂੰ ਦੂਰ ਕਰਦਾ ਹੈ। ਜੀਵ ਦੀ ਹਉਮੈ ਦੂਰ ਕਰਕੇ ਫਿਰ ਨਾਮ ਦੀ ਵਰਖਾ ਕਰਦਾ ਹੈ। ਨਾਮ ਸਾਹਮਣੇ ਟਿਕ ਨਹੀਂ ਸਕਦਾ। ਬਸ ਜੇ ਇਸ ਗੱਲ ਨੂੰ ਸਮਝਣਾ ਹੋਵੇ ਤਾਂ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਜਿਵੇਂ ਅਸੀਂ ਦੁੱਧ ਲੈਣ ਵਾਸਤੇ ਚੱਲੇ ਹਾਂ, ਪੈ ਲੈਣ ਵਾਸਤੇ ਚੱਲੇ ਹਾਂ, ਸਾਡਾ ਜਿਹੜਾ ਬਰਤਨ ਹੈ, ਭਾਂਡਾ ਹੈ, ਉਹ ਜੂਠਾ ਹੈ, ਉਸ ਨੂੰ ਮਾਂਜਣ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਦੁੱਧ ਲੈਣ ਚੱਲੇ ਹਾਂ ਸਾਨੂੰ ਪਹਿਲਾਂ ਆਪਣਾ ਜਿਹੜਾ ਬਰਤਨ ਹੈ, ਭਾਂਡਾ ਹੈ, ਉਸ ਨੂੰ ਸਾਫ਼ ਕਰਨਾ ਪਵੇਗਾ, ਤਾਂ ਸਾਨੂੰ ਦੁੱਧ ਪ੍ਰਾਪਤ ਹੋਵੇਗਾ। ਜੇ ਬਰਤਨ ਸਾਫ਼ ਹੋਵੇਗਾ, ਚੰਗੀ ਤਰ੍ਹਾਂ ਮਾਂਜਿਆ ਹੋਵੇਗਾ, ਤਾਂ ਉਸ ਵਿੱਚ ਪਾਵਨ ਜਿਹੜੀ ਵਸਤੂ ਪਦਾਰਥ ਦੁੱਧ ਹੈ ਭਾਈ ਉਹ ਟਿਕ ਸਕਦਾ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ। ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਉਹ ਫਿਰ ਬਚਨ ਕੀਤਾ, ਕਹਿਣ ਲੱਗੇ ਤੁਸੀਂ ਅੰਮ੍ਰਿਤ ਲੈਣ ਚੱਲੇ ਹੋ, ਤੁਸੀਂ ਦੁੱਧ ਲੈਣ ਚੱਲੇ ਹੋ, ਭਾਂਡਾ ਆਪਾਂ ਨੂੰ ਸਾਫ਼ ਕਰਨਾ ਪਵੇਗਾ, ਹਉਮੈ ਵਾਲਾ ਰੋਗ ਦੂਰ ਕਰਨਾ ਪਵੇਗਾ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁਧੈ ਕੋ ਜਾਵੋ। ਪਹਿਲਾਂ ਭਾਂਡਾ ਧੋ ਲਈਏ, ਸੁਕਾ ਲਈਏ, ਚੰਗੀ ਤਰ੍ਹਾਂ ਮਾਂਜ ਲਈਏ, ਫਿਰ ਦੁੱਧ ਨੂੰ ਜਾਈਏ ਦੁੱਧ ਲੈਣ ਵਾਸਤੇ, ਤਾਂ ਜਾਣਾ ਚਾਹੀਦਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁਧੈ ਕੋ ਜਾਵੋ।
दूध कर्म फुल सुरत समायन होए निराश जमावो जपो ता एको नामा अवर निराफल कम। गुरुदेव महाराज जिहड़े हन जदों किरपा करते हैं पहला हौमे वाला रोग दूर करते हैं, फिर नाम की बख्शिश करते हैं। जदों नाम की बख्शिश होंदी है कटिया तेरा अंग रोग, तू गुर प्रसाद कर राज जोग, तू गुरु की कृपा सदका रहमत सदका फिर राज कर, राज कमा ते जोग कमा। राज का मतलब भाई साहब सिंह जी डीलट उन्होंने किया है, गृहस्थ का तू आनंद भी लै सकता है, भाव के अपने परिवार विच भी रह सकता है, तू राज कर सकता है, तू अपने परिवार दे अंदर भी खुशियां ते आनंद मान सकता है, अपने पुत्रां नूं मिल सकता है, धीआं नूं मिल सकता है, अपने रिश्तेदारियां दे विच तू रह सकता है, घर विच परिवार विच संसार विच रह सकता है गुरु की कृपा दे नाल, ते तू जोग भी कमा सकता है। पहले समयां दे अंदर की होया करदा सी, पहले समयां दे अंदर जिहड़े पुरुष भगती करना चाहुंदे सन उन्हां नूं किहा जांदा सी, उन्हां नूं नाम जदों दिता जांदा सी, भगती दे मार्ग ते पाया जांदा सी, तां किहा जांदा सी तुहानूं घर त्यागना पवेगा, तुहानूं परिवार त्यागना पवेगा, तुहानूं राज पाट त्यागना पवेगा, तुहानूं जंगल विच जाना पवेगा, कांत विच जाना पवेगा, तां तुसीं भगती कर सकदे हो। पर गुरु नानक देव महाराज ने तां ऐसी कृपा कर दिती, बाणी ने ऐसी कृपा कर दिती, राज भी कमावो ते जोग भी कमावो। यह दृष्टांत जदों लिया जाता है राज जोग दा, राजा जनक दा जिहड़ी उदाहरण है वह साडे सामने आ जाती है। जदों असीं वेखना चाहते हैं कि राज जोगी कोई होया है तां पावन गुरु नानक देव महाराज जी का साडे अगे पहला नाम आउंदा है, गुरु हरगोबिंद साहिब महाराज जी का नाम आउंदा है, राजा जनक का नाम आउंदा है, भगत वड्डा राजा जनक है, गुरमुख माया विच उदासी। राजा जनक भारत दे वर्ष का पहला बहुत वड्डा चक्रवर्ती राजा होया है, जिसका जिक्र भाई गुरदास जी ने अपनियां वारां विच कीता कि जिहड़ा राजा जनक सी वो राजा भी सी ते जोगी भी सी। बड़ा वड्डा बहुत कठिन काम है ये, राजा भी होना ते जोगी भी होना। जां ते राजा होया जा सकता है जां फिर जोगी उदासी होया जा सकता है। पर राजा जनक नूं जदों देखिया होई ऐसी कृपा हुई परमात्मा दी, उस नाल उन्हां नूं दोने गल्लां मिल गईयां, राज भी कमाया जोग भी कमाया। राजा जनक नूं शायद जदों देखिया होई सी तां जिहड़े परमात्मा दे वल्लों गुण सन राज, जो राज विच जोगी ते जोगी विच राज कमाउणा, ये राजा जनक दे पल्ले विच आया, उन्हां दे हिस्से विच आया। गुरु नानक देव महाराज जोगियां नूं कहंदे हन तुसीं असल दे विच जोग जो कमा रहे हो, तुहानूं उस मार्ग दा पता ही नहीं है कि जोगी किस नूं कहा जांदा है। केवल कन्ना नूं पड़वा के कन्न पड़वा के मुंदरां गल दे विच कन्नां विच पा लैणियां, जोगियां वाले बस्तर पा लैणे, चिपट चिमटा जिहड़ा है वह खिंथा फड़ लैनी, केवल उस नूं ही जोगी नहीं कहा जा सकता। जोगी कौन है? जिस दा मन परमात्मा दे नाम दे नाल जुड़ गया, उहदा नाम जोगी है। इस करके सतगुरु पातशाह महाराज कृपा दृष्टि करते हैं, जदों गुरु ने कृपा की, जदों गुरु ने रहमत की, तां तू राज जोगी बन गया। कई पुरुषों का नाम संत बाबा ईश्वर सिंह जी राड़ा साहिब वाले, उन्हों का नाम भी राज जोगी कहा जाता है। महापुरुषों को भी राज जोगी कहा जाता है। राज जोगी का मतलब होंदा है कि
ਰਾਜ ਕਰਦਿਆਂ ਹੋਇਆਂ ਵੀ ਜੋਗ ਕਮਾਉਣਾ, ਇਸ ਨੂੰ ਕਿਹਾ ਜਾਂਦਾ ਹੈ ਰਾਜ ਜੋਗੀ। ਗ੍ਰਸਥ ਦੇ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਮਾਇਆ ਤੋਂ ਉਦਾਸ ਰਹਿਣਾ, ਇਸ ਦਾ ਨਾਮ ਹੈ ਰਾਜ ਜੋਗੀ। ਜਦੋਂ ਗੁਰੂ ਮਹਾਰਾਜ ਕਿਰਪਾ ਕਰਦੇ ਹਨ, ਰਹਿਮਤ ਬਖਸ਼ਿਸ਼ ਕਰਦੇ ਹਨ, ਫਿਰ ਰਾਜ ਤੇ ਜੋਗ ਪ੍ਰਾਪਤ ਹੋ ਜਾਂਦਾ ਹੈ। ਹਰ ਰਸ ਜਿਨ ਜਨ ਚਾਖਿਆ, ਤਾਕੀ ਤ੍ਰਿਸ਼ਨਾ ਲਥਿਆ। ਹਰੀ ਪਰਮਾਤਮਾ ਦੇ ਨਾਮ ਭਜਨ ਦਾ ਜਿਹੜਾ ਰਸ ਹੈ, ਜਿਨ੍ਹਾਂ ਨੇ ਜਾਣਿਆ, ਜਿਨ੍ਹਾਂ ਨੇ ਚਖਿਆ। ਹਰੀ ਪਰਮਾਤਮਾ ਦੇ ਨਾਮ ਦਾ ਰਸ ਵੀ ਹੋਇਆ ਕਰਦਾ ਹੈ। ਜਿਸ ਤਰ੍ਹਾਂ ਅਸੀਂ ਸਮਝਣਾ ਹੋਵੇ ਕਿ ਨਾਮ ਦਾ ਰਸ ਕੀ ਹੈ, ਇਹ ਭਗਤੀ ਦਾ ਵਿਸ਼ਾ ਹੈ। ਜਿਸ ਤਰ੍ਹਾਂ ਗੱਲਬਾਤ ਦਾ ਰਸ ਹੋਇਆ ਕਰਦਾ ਹੈ, ਜਿਸ ਤਰ੍ਹਾਂ ਕੋਈ ਨਿੰਦਿਆ ਚੁਗਲੀ ਕਰਨ ਵਾਲੇ ਪੁਰਸ਼ ਲੋਕ ਹਨ, ਉਹਨਾਂ ਨੂੰ ਉਹਨਾਂ ਗੱਲਾਂ ਵਿੱਚ, ਨਿੰਦਿਆ ਦੇ ਵਿੱਚ ਬੜਾ ਰਸ ਆਉਂਦਾ ਹੈ। ਫਿਰ ਜਿਸ ਤਰ੍ਹਾਂ ਘਰੇਲੂ ਗੱਲਾਂ ਬਾਤਾਂ ਕਰਕੇ, ਜਿਵੇਂ ਜਿਨ੍ਹਾਂ ਮਨੁੱਖਾਂ ਨੂੰ ਜ਼ਿਆਦਾ ਗੱਲਾਂ ਕਰਨ ਦੀ ਆਦਤ ਹੋਵੇ, ਉਹਨਾਂ ਨੂੰ ਗੱਲਾਂ ਬਾਤਾਂ ਕਰਕੇ ਹੀ ਰਸ ਆਉਂਦਾ ਹੈ। ਇਸ ਤਰ੍ਹਾਂ ਘੁੰਮਣ ਫਿਰਨ ਵਾਲਿਆਂ ਨੂੰ, ਜ਼ਿਆਦਾ ਟਰੈਵਲ ਕਰਨ ਵਾਲਿਆਂ ਨੂੰ ਜ਼ਿਆਦਾ ਘੁੰਮ ਫਿਰ ਕੇ ਹੀ ਆਨੰਦ ਆਉਂਦਾ ਹੈ, ਰਸ ਆਉਂਦਾ ਹੈ। ਭੋਜਨ ਜ਼ਿਆਦਾ ਕਰਨ ਵਾਲਿਆਂ ਨੂੰ, ਜਿਨ੍ਹਾਂ ਨੂੰ ਭੋਜਨ ਛਕਣ ਦੀ ਜ਼ਿਆਦਾ ਆਦਤ ਹੈ, ਰਸ ਪ੍ਰਾਪਤ ਕਰਨ ਦੀ ਆਦਤ ਹੈ, ਉਹਨਾਂ ਨੂੰ ਭੋਜਨ ਕਈ ਪ੍ਰਕਾਰ ਦੇ ਛਕ ਕਰਕੇ, ਭੋਜਨ ਕਰਕੇ, ਜ਼ਿਆਦਾ ਵੱਖਰੇ ਵੱਖਰੇ ਭੋਜਨਾਂ ਨੂੰ ਕਰਕੇ ਉਹ ਰਸ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਇਹਨਾਂ ਨੂੰ ਰਸ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਦੇਖਣ ਵਾਲਿਆਂ ਨੂੰ ਵੇਖ ਕਰਕੇ ਬੜਾ ਰਸ ਆਉਂਦਾ ਹੈ, ਜਿਵੇਂ ਹਿਰਨ ਨੂੰ ਫੜਨ ਦੇ ਵਾਸਤੇ ਕੰਡਾ ਹੇੜਾ ਇੱਕ ਸਾਜ਼ ਬਣਾਇਆ ਜਾਂਦਾ ਹੈ। ਸ਼ਿਕਾਰੀ ਜਿਹੜਾ ਹੈ ਉਹ ਕੰਡਾ ਹੇੜਾ ਖਾਸ ਕਰਕੇ ਨਾਦ ਬਣਾਉਂਦਾ ਹੈ, ਸਾਜ਼ ਬਣਾਉਂਦਾ ਹੈ, ਤੇ ਜੰਗਲ ਦੇ ਵਿੱਚ ਫਿਰ ਉਹ ਉਸ ਦੀ ਆਵਾਜ਼ ਯੰਤਰ ਦੀ ਕਰਦਾ ਹੈ। ਹਿਰਨ ਸ਼ਿਕਾਰ ਜਿਹੜਾ ਹੈ ਉਹ ਫਸ ਜਾਂਦਾ ਹੈ ਫਾਹੀ ਦੇ ਵਿੱਚ। ਇਸੇ ਤਰ੍ਹਾਂ ਮਛਲੀਆਂ ਜਿਹੜੇ ਪਕੜਨ ਵਾਲੇ ਹਨ, ਉਹ ਕੁੰਡੀ ਲਾਉਂਦੇ ਹਨ। ਮਛਲੀ ਦਾ ਜਿਹੜਾ ਮਨਪਸੰਦ ਭੋਜਨ ਹੈ, ਜਿਹੜਾ ਮਛਲੀ ਨੂੰ ਪ੍ਰਾਪਤ ਹੈ, ਜਿਹੜਾ ਰਸ ਮਛਲੀ ਨੂੰ ਪ੍ਰਾਪਤ ਹੁੰਦਾ ਹੈ, ਮਛਲੀ ਦਾ ਮਨ ਭਾਉਂਦਾ ਭੋਜਨ ਉਹ ਕੰਡੇ ਵਿੱਚ ਲਾਉਂਦੇ ਹਨ, ਜਾਲ ਵਿੱਚ ਲਾਉਂਦੇ ਹਨ, ਮਛਲੀਆਂ ਫਸ ਜਾਂਦੀਆਂ ਹਨ। ਇਸੇ ਤਰ੍ਹਾਂ ਇਹਨਾਂ ਰਸਾਂ ਨੂੰ, ਕਸਾਂ ਨੂੰ ਕਿਹਾ ਗਿਆ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ। ਇਸੇ ਤਰ੍ਹਾਂ ਭਗਤਾਂ ਨੂੰ ਵੀ ਪਰਮਾਤਮਾ ਦੀ ਬੰਦਗੀ ਕਰਨ ਦਾ ਆਨੰਦ ਪ੍ਰਾਪਤ ਹੁੰਦਾ ਹੈ। ਸਮਾਧੀ ਲਾਉਣ ਵਾਲਿਆਂ ਨੂੰ ਸਮਾਧ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਿਸ ਤਰ੍ਹਾਂ ਸ਼ਿਵ ਨੂੰ ਸਮਾਧ ਦੇ ਵਿੱਚ ਆਨੰਦ ਪ੍ਰਾਪਤ ਹੈ, ਧਿਆਨ ਵਿੱਚ ਆਨੰਦ ਪ੍ਰਾਪਤ ਹੈ। ਹਰ ਰਸ ਜਿਨ ਜਨ ਚਾਖਿਆ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਦੇ ਨਾਮ ਹਰ 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 ਨੂੰ ਜਪਦਿਆਂ ਆਨੰਦ ਪ੍ਰਾਪਤ ਕੀਤਾ, ਤਾਂ ਕਿ ਤ੍ਰਿਸ਼ਨਾ ਲਾਥੀਆ, ਉਹਨਾਂ ਦੀ ਤ੍ਰਿਸ਼ਨਾ ਸਾਰੀ ਦੀ ਸਾਰੀ ਉਤਰ ਜਾਂਦੀ ਹੈ, ਲੱਥ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਤੀਸਰੇ ਬੰਦ ਵਿੱਚ ਗੁਰਦੇਵ ਕਿਰਪਾ ਕਰਦੇ ਹਨ, ਰਹਿਮਤ ਬਖਸ਼ਿਸ਼ ਕਰਦੇ ਹਨ। ਹਰ ਬਿਸ਼ਰਾਮ ਨਿਧ ਪਾਇਆ, ਸੋ ਬਹੁਰ ਨ ਕਤਹੀ ਧਾਇਆ। ਵਾਹਿਗੁਰੂ ਦਾ ਜਿਹੜਾ ਨਾਮ ਜਪਿਆ, ਜਦੋਂ ਪਰਮਾਤਮਾ ਦਾ ਖਜ਼ਾਨਾ ਪ੍ਰਾਪਤ ਹੋ ਗਿਆ, ਫਿਰ ਮਨੁੱਖ ਨੂੰ ਵਿਸ਼ਰਾਮ ਮਿਲ ਜਾਂਦਾ ਹੈ। ਇੱਕ ਹੈ ਸੰਸਾਰ ਦਾ ਖਜ਼ਾਨਾ, ਮਾਇਆ ਦਾ ਖਜ਼ਾਨਾ, ਵਸਤਰ ਇਕੱਠਾ ਕਰਨਾ, ਕੱਪੜਾ ਇਕੱਠਾ ਕਰਨਾ, ਭੋਜਨ ਇਕੱਠਾ ਕਰਨਾ, ਪਦਾਰਥ ਇਕੱਠਾ ਕਰਨਾ, ਸੋਨਾ ਚਾਂਦੀ ਇਕੱਠਾ ਕਰਨਾ। ਆਦਮੀ ਸਾਰੀ ਉਮਰ ਭਜਦਾ ਹੈ, ਦੌੜਦਾ ਹੈ। ਇਹ ਹੈ ਸੰਸਾਰ ਦੀ ਭਜ ਨੱਠ। ਤੇ ਜਦੋਂ ਪਰਮਾਤਮਾ ਦਾ ਨਿਧ ਕਹੀਏ ਖਜ਼ਾਨਾ, ਜਦੋਂ ਵਾਹਿਗੁਰੂ ਦਾ ਖਜ਼ਾਨਾ, ਰੱਬ ਦਾ, ਵਾਹਿਗੁਰੂ ਦਾ, ਹਰ ਦਾ ਖਜ਼ਾਨਾ ਪਾ ਲਿਆ, ਫਿਰ ਮਨੁੱਖ ਨੂੰ ਵਿਸ਼ਰਾਮ ਮਿਲ ਜਾਂਦਾ ਹੈ, ਟਿਕਾਣਾ ਮਿਲ ਜਾਂਦਾ ਹੈ, ਸਥਿਰਤਾ ਮਿਲ ਜਾਂਦੀ ਹੈ। ਤਾਂ ਫਿਰ ਉਹ ਜਿਹੜਾ ਮਨੁੱਖ ਹੈ, ਉਹ ਫਿਰ ਵਾਰ-ਵਾਰ ਕਿਤੇ ਦੌੜਦਾ ਨਹੀਂ,
ਉਸ ਨੂੰ ਕਿਤੇ ਬਾਹਰ ਫਿਰਨ ਦੀ ਲੋੜ ਨਹੀਂ ਪੈਂਦੀ। ਉਹਦਾ ਜਿਹੜਾ ਭਜਣਾ ਨੱਠਣਾ ਦੌੜਨਾ ਜਿਹੜਾ ਹੈ ਉਹ ਰੁਕ ਜਾਂਦਾ ਹੈ, ਟਿਕ ਜਾਂਦਾ ਹੈ ਆਦਮੀ। ਉਹ ਪੰਜਵੇਂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਤੁਸੀਂ ਭੱਜ ਦੌੜ ਬੰਦ ਕਰਕੇ ਪਰਮਾਤਮਾ ਦੇ ਨਾਮ ਵਿੱਚ ਜਦੋਂ ਤੁਸੀਂ ਜੁੜ ਜਾਵੋਗੇ, ਤ੍ਰਿਸ਼ਨਾ ਦੇ ਅਧੀਨ ਆਦਮੀ ਭਜਦਾ ਹੈ ਸਾਰੀ ਉਮਰ, ਤਾਂ ਭਜਦਾ ਹੀ ਰਹਿੰਦਾ ਹੈ, ਦੌੜਦਾ ਹੀ ਰਹਿੰਦਾ ਹੈ, ਕਦੇ ਵਿਸ਼ਰਾਮ ਨਹੀਂ ਕਰਦਾ। ਗੁਰਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਆਪਣੇ ਨਿਜ ਘਰ ਦੇ ਵਿੱਚ ਬੈਠ ਜਾਵੋ, ਅੰਤਰ ਆਤਮੇ ਧਿਆਨ ਲਾ ਕੇ ਸਤਿਗੁਰਾਂ ਦੇ ਸ਼ਬਦ ਦੁਆਰਾ, ਜੋ ਸਤਿਗੁਰਾਂ ਨੇ ਨਾਮ ਦੀ ਬਖਸ਼ਿਸ਼ ਕੀਤੀ ਹੈ, ਉਸ ਨੂੰ ਮਨ ਹਿਰਦੇ ਵਿੱਚ ਧਾਰਨ ਕਰਕੇ ਅੰਦਰ ਦਾ ਸਫ਼ਰ ਕਰੋ, ਅੰਤਰ ਆਤਮੇ ਟਿਕਣ ਦਾ ਯਤਨ ਕਰੋ, ਤਾਂ ਵੇਖੋਗੇ ਕੀ ਹੋਵੇਗਾ। ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਪਾਤਸ਼ਾਹ ਗੁਰਦੇਵ ਤੁਹਾਡੇ ਕਾਰਜ ਰਾਸ ਕਰ ਦੇਵੇਗਾ, ਗੁਰਦੇਵ ਤੁਹਾਡੇ ਕੰਮ ਕਰੇਗਾ, ਤੁਹਾਡੇ ਕੰਮਾਂ ਕਾਰਾਂ ਦੇ ਵਿੱਚ ਪ੍ਰਫੁੱਲਤਾ ਹੋਵੇਗੀ। ਇਸ ਕਰਕੇ ਜਿਹੜਾ ਰੱਬ ਦੇ ਨਾਮ ਨਾਲ ਜੁੜ ਜਾਂਦਾ, ਜਿਹਨੂੰ ਰੱਬ ਦੇ ਨਾਮ ਦਾ ਖਜ਼ਾਨਾ ਮਿਲ ਜਾਂਦਾ ਹੈ, ਉਹਦਾ ਭਜਣਾ ਨੱਠਣਾ ਰੁਕ ਜਾਂਦਾ, ਵਿਸ਼ਰਾਮ ਘਰ ਵਿੱਚ ਉਹ ਆ ਜਾਂਦਾ ਹੈ। ਫਿਰ ਉਸ ਨੂੰ ਵਾਰ-ਵਾਰ ਭਜਣ ਦੀ ਲੋੜ ਨਹੀਂ ਪੈਂਦੀ, ਉਹ ਅੰਤਰ ਆਤਮੇ ਟਿਕ ਜਾਂਦਾ ਹੈ। ਹਰ ਹਰ ਨਾਮ ਜਾਕੋ ਗੁਰ ਦੀਆ, ਨਾਨਕ ਤਾਕਾ ਭਉ ਗਿਆ। ਹਰੀ ਹਰੀ ਪਰਮਾਤਮਾ ਦਾ ਨਾਮ ਜਿਨ੍ਹਾਂ ਨੂੰ ਸਤਿਗੁਰਾਂ ਨੇ ਦਿੱਤਾ ਹੈ, ਉਹਨਾਂ ਦਾ ਹੇ ਨਾਨਕ ਜੀਓ ਡਰ ਦੂਰ ਹੋ ਗਿਆ, ਉਹਨਾਂ ਦਾ ਗੁਰਮੁਖ ਪਿਆਰਿਆਂ ਦਾ ਭਾਉ ਚਲਾ ਗਿਆ, ਫਿਰ ਜਮਾਂ ਦਾ ਡਰ ਖਤਮ ਹੋ ਗਿਆ। ਸੰਸਾਰ ਦਾ ਜਿਹੜਾ ਹੈ, ਸੰਸਾਰ ਸਮੁੰਦਰ ਵਿੱਚ ਭਿਆਨਕ ਲਹਿਰਾਂ ਦਾ ਜਿਹੜਾ ਡਰ ਹੈ ਉਹ ਮੁੱਕ ਜਾਂਦਾ ਹੈ, ਕਿਉਂਕਿ ਨਾਮ ਹੀ ਪਰਮਾਤਮਾ ਦਾ ਇਸ ਭਵਜਲ ਜਗਤ ਵਿੱਚੋਂ ਪਾਰ ਕਰਨ ਦੇ ਸਹਾਈ ਹੈ। ਨਾਮ ਹੀ ਜਿਹੜਾ ਹੈ ਉਹ ਅੱਗੇ ਜੀ ਦਾ ਇਸ ਲੋਕ ਦੇ ਵਿੱਚ ਤਾਂ ਆਨੰਦ ਪ੍ਰਦਾਨ ਕਰਦਾ ਹੀ ਹੈ, ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ। ਪਰਲੋਕ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਸਦਾ ਹੀ ਜੀਵ ਦਾ ਸੰਗੀ ਤੇ ਸਾਥੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।